ਧੰਨ ਵਾਹਿਗੁਰੂ ਜੀਓ। ਫਰੀਦਾ ਦੇਵਾ ਜਪਿਆ ਇਨਾ ਪਰੀਤ ਕਬਹੀ ਚਲਨਾ ਪੰਜੇ ਵਕਤ ਮਸੀਤ ਫਰੀਦਾ ਦੇਵਾ ਜਪਿਆ ਇਨਾ ਪਰੀਤ ਕਬਹੀ ਚਲਨਾ ਪੰਜੇ ਵਕਤ ਮਸੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੀਨਵਾਦ ਬਾਣੀ ਦੇ ਗੋਬਿੰਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸਦਕੇ ਬੜੇ ਸਤਿਕਾਰ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕੀਤਾ ਹੈ। ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਸਾਂਝੀਆਂ ਕਰਨ ਦਾ ਯਤਨ ਕਰਦੇ ਹਾਂ। ਕੱਲ ਦੇ ਦੀਵਾਨ ਵਿੱਚ ਜਿਨ੍ਹਾਂ ਸ਼ਲੋਕਾਂ ਦੀ ਵਿਚਾਰ ਕੀਤੀ ਗਈ ਹੈ ਉਹਨਾਂ ਦਾ ਕੁਝ ਮੁੱਖ ਭਾਵ ਹੈ ਕਿ ਮਨੁੱਖ ਦਾ ਇਹ ਸਰੀਰ ਰੂਪ ਭਾਂਡਾ ਊਰਤ ਨੂੰ ਭੱਜ ਜਾਂਦਾ ਹੈ ਜਿਸ ਵੇਲੇ ਸਾਹਾਂ ਦੀ ਲੜੀ ਸਾਹਾਂ ਦੀ ਡੋਰ ਟੁੱਟ ਜਾਂਦੀ ਹੈ। ਸੰਸਾਰ ਦਾ ਕੋਈ ਐਸਾ ਵਿਅਕਤੀ ਨਹੀਂ ਜਿਸ ਦੇ ਜੀਵਨ ਨੂੰ ਮੌਤ ਦਾ ਸਮਾਂ ਨਿਕਲ ਨਹੀਂ ਜਾਂਦਾ। ਇਸੇ ਨੂੰ ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ ਹਨ, ਜ਼ਰਾ ਝਾਤ ਮਾਰ ਕੇ ਵੇਖੋ ਅਜ਼ਰਾਏ ਫਰੀਸ਼ਤਾ ਹੈ ਕਰਨਾ ਕੀ ਅੱਜ। ਹੌਲੇ ਕਿਹਦੇ ਦਰਵਾਜ਼ੇ ਦੇ ਉੱਤੇ ਮੌਤ ਦੇ ਫਰਿਸ਼ਤੇ ਨੇ ਆ ਕੇ ਦਸਤਕ ਦਿੱਤੀ ਹੋਈ ਹੈ। ਇਹ ਗੱਲ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਅਸੀਂ ਸਾਰੇ ਹੀ ਮੋਹ ਵਿੱਚ ਲੋਭ ਵਿੱਚ ਭਰਮ ਦੀ ਦੁਨੀਆ ਦੇ ਵਿੱਚ ਇੰਨੇ ਕੁ ਗ੍ਰਸਤ ਹਾਂ ਕਿ ਸਾਨੂੰ ਆਲੇ ਦੁਆਲੇ ਦੀ ਕੋਈ ਖਬਰ ਨਹੀਂ ਹੈ। ਸਾਡੀ ਇਸ ਗਾਫਲਕਾਰੀ ਦੇ ਕਾਰਨ ਹੀ ਅਸੀਂ ਮੰਦੇ ਅਮਲਾਂ ਦੇ ਵਿੱਚ ਇੰਨੇ ਡੂੰਘੇ ਉਤਰ ਜਾਂਦੇ ਹਾਂ ਕਿ ਸਾਨੂੰ ਆਪਣਾ ਅੰਜਾਮ ਆਪਣਾ ਹਸ਼ਰ ਭੁੱਲ ਜਾਂਦਾ। ਜੋ ਸ਼ਬਦ ਉਹਨਾਂ ਨੇ ਵਰਤੇ ਹਨ, ਪੰਨੀ ਕੜੀ ਸਵੰਡਣੀ ਟੁੱਟੀ ਨਾਗਰ ਲੱਜ ਅਜ਼ਰਾਏ ਪਦਵਿਸਤਾ ਤੈਅ ਕਰਨਾ ਕੀ ਅੱਜ। ਫਿਰ ਅਗਲੇ ਸ਼ਲੋਕ ਦੇ ਵਿੱਚ ਫਰਮਾਇਆ ਹੈ, ਜੋ ਸਜਣ ਧੋਣੇ ਭਾਰ ਕੇ ਸੀ ਤੁਮਾ ਹੈ ਅੱਜ। ਜਿਹੜੇ ਇਸ ਧਰਤੀ ਦੇ ਉੱਤੇ ਭਾਰਵਾਨ ਹਨ, ਭਾਵ ਜਿਨ੍ਹਾਂ ਦੇ ਜੀਵਨ ਵਿੱਚੋਂ ਮਨੁੱਖਤਾਵਾਦੀ ਸੁਭਾਅ ਮੁੱਕ ਗਿਆ, ਜਿਨ੍ਹਾਂ ਤੋਂ ਕਿਸੇ ਨੂੰ ਭਲੇ ਦੀ ਉਮੀਦ ਨਹੀਂ, ਚੰਗਿਆਈ ਦੀ ਉਮੀਦ ਨਹੀਂ, ਕੋਈ ਚੰਗਾ ਕਰਮ, ਕੋਈ ਚੰਗਾ ਸੁਭਾਅ, ਕੋਈ ਚੰਗਾ ਵਿਹਾਰ, ਕੋਈ ਚੰਗਾ ਗੁਣ ਉਹਨਾਂ ਦੇ ਜੀਵਨ ਵਿੱਚ ਨਹੀਂ। ਕੋਈ ਇਸ ਧਰਤੀ ਦੇ ਵਾਧੂ ਪਏ ਹੋਏ ਸਮਾਨ ਵਰਗੇ ਹਨ, ਬੋਝ ਵਰਗੇ ਹਨ। ਆਪਾਂ ਘਰ ਵਿੱਚ ਵੇਖਦੇ ਹਾਂ, ਕੁਝ ਚੀਜ਼ਾਂ ਆਪਾਂ ਇਸ ਕਰਕੇ ਸਾਂਭ ਰੱਖਦੇ ਹਾਂ ਕਿ ਕਿਤੇ ਕੰਮ ਆਉਣਗੀਆਂ। ਭਾਵੇਂ ਰੂਟੀਨ ਵਿੱਚ ਰੋਜ਼ਾਨਾ ਕੰਮ ਨਹੀਂ ਆਉਂਦੀਆਂ, ਪਰ ਕਦੇ ਕਦੇ ਕਿਤੇ ਜ਼ਰੂਰਤ ਪਵੇ ਤੇ ਉਹਨਾਂ ਦੀ ਲੋੜ ਆਪਾਂ ਮਹਿਸੂਸ ਕਰਦੇ ਹਾਂ ਕਿ ਕਿਤੇ ਕੰਮ ਆ ਸਕਦੀਆਂ। ਇਸ ਲਈ ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਸਾਂਭ ਕੇ ਕਿਸੇ ਕੋਨੇ ਵਿੱਚ, ਕਿਸੇ ਖੂੰਜੇ ਵਿੱਚ ਰੱਖਦੇ ਹਾਂ। ਉਹਨਾਂ ਨੂੰ ਜਗ੍ਹਾ ਦੇ ਦਿੰਦੇ ਆਪਣੇ ਘਰ ਵਿੱਚ। ਪਰ ਕਈ ਚੀਜ਼ਾਂ ਨੂੰ ਆਪਾਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਦੀ ਸਾਨੂੰ ਲੋੜ ਹੀ ਨਹੀਂ, ਕਦੇ ਕੰਮ ਤੇ ਆਈਆਂ ਹੀ ਨਹੀਂ ਤੇ ਨਾ ਹੀ ਆਉਣ ਦੀ ਸੰਭਾਵਨਾ।
इस करके आप बाहर देश कर देंगे हैं, सुख देते हैं। कोई सानू रोकता भी है कि ना सुखो, आप जो अज तक काम ही नहीं आए कि असं अपने घर का थां क्यों लईए, इनू साम संभाल क्यों करिए, ये समा अपने जीवन का क्यों खराब करिए। एवं वाधू का भार साडे उत्ते बने हुए। आम जीवन में विचरदे कदे गौर करना, कई मनुखों भी आप भार समझ लग जाए जिन्हों को सानू कोई उम्मीद ही ना रह जाए, लाभ ही ना हो जीवन में, जिन्हों के लिहाज तो आप अंतां में तंग हो जाइए, आप कहने इस बंदे नाल तोड़ लेनी चाहिए। ये तो एक भार है, ये साडे जीवन के थां वाल के बैठा है, ये साडा समा खराब करता है, सानू तंगियां मुश्किलों के उलझना फसाई रखता है। ये नालों चंगा है इसका ना होना साडे लिए ज्यादा बेहतर। तो उसनों बाबा फरीद साहब ने कहा, जो सज्जन होने भार थे, जेडे इस तरह का बोझ वर्गा जीवन व्यतीत करते हैं, कभी उन्होंने ख्याल पैदा नहीं होगा। सेतु आया कि गुजरिया हुआ वक्त दोबारा आ नहीं सकता है, जीवन सानू दोबारा मिलना नहीं, दोबारा ये घड़ियां हासिल नहीं हो। भाव वो अपने जीवन की कदर नहीं समझते, अहमियत नहीं जानते, इस करके इसकी कदर नहीं करते। कदे गौर करना, जी चीज की कोई कीमत होगी ना, उसकी कदर भी उन्नी क होंगी है जिन्नी कोई कीमत सानू पता लगे कि इन्नी कीमत है साडे। कदर जिहड़ा है, कदर जिहड़ी है वो कीमत नाल जुड़ी हुई चीज है, जिसकी अहमियत पता लगे कि उसकी कदर करनी शुरू कर दिया। जिहदा सानू पता होवे ना कि कौडियां दे भार दी नहीं चीज, उसकी कोई कदर भी नहीं करती। इस वास्ते बाबा शेख फरीद साहब इसे ही ख्यालों की लड़ी में अगेरे तोड़दिया होया अगले श्लोक में बख्शिश करते हैं, फरीदा बेनवाजा कुटिया ये ना पढ़ी गई। बेनवाज का मतलब है जिहड़ा नमाज नहीं पढ़ता, पर सूफी फकीर इस कॉन्टैक्स्ट के विच लैंदे हन जिहड़ा धर्म की प्रैक्टिस विच नहीं है। कला ये नहीं उन्होंने कहा, सूफी फकीरां का नमाज का बड़ा डूंगा अर्थ है, बहुत डूंगा। उन्होंने नमाज महज विखावा नहीं कि हाथ अड्डे खुदा के अगों दुआ की, कलमा पढ़िया, जमीन के उत्ते सिर झुकाया, सजदा किया तो बस नमाज हो। सूफी फकीरां की बोली में नमाज का अर्थ है समर्पित होना, इबादत करनी, बंदगी करनी, खुदा नूं अपना आप अपना वजूद भेंट करना, अपने नफ्स अपने मन की पवित्रता का यत्न करना। इसलिए सूफी फकीरां दी लिखतां विच नमाज के बड़े डूंघे। नमाज को महज एक रूटीन नहीं मानते, एक सफर मानते, एक अभ्यास मानते, धर्म की प्रैक्टिस का अंग मानते। इस वास्ते जो बाबा शेख फरीद साहब ये गल कहते ना कि तू नमाज बेनमाजा है, तो उसका मतलब है तेरे अंदर अभ्यास नाम की कोई चीज नहीं, प्रैक्टिस कोई नहीं, बिल्कुल ही नहीं। ते जिस दे जीवन में प्रैक्टिस नहीं, अभ्यास नहीं, उन्होंने कहते हैं फरीदा बेनमाजा कुत्ते, कुत्ते मां। आमतौर पर जब असं गुरु साहब की बाणी को पढ़िए ना, क्योंकि कोई शब्द जो किसी कॉन्टैक्स्ट संदर्भ में वरत्या जाता है, किसी भी शब्द को संदर्भ नाल तोड़िया नहीं जा सकता, जो हम तोड़ देंगे तो अर्थ अनर्थ बन जाता है। बाणी के विच कुत्ते तो भाव है लोभी मनुख, लोभ का दिवस का शिकार हो, जिवें बाणी के विच लिखिया ना, जो कुकर हरकाया भावै बह दिस जाए, लोभी जंप ना जाने, भक्त अभक्त सब है। उसका भाव यह भी होता है दूजिया के भांडिया मुंह मारन वाला, पराया घर तकन वाला, पराई वस्तु देखने वाला, पराई धन दौलत उत्ते निगाह टिकाने वाला, वही संदर्भ लोभ का ही आ जाता। जिस गुरु साहब की बाणी के ये भी शब्द वरत्या है कि सुरहा की जैसी तेरी चाल, उसे शब्द में एक वार आता है, चाकी का चीथरा कहां ले जाए। पुराने समय में चक्कियां चलदियां सन, हाथ चक्कियां हर घर में होंदियां सन,
क्योंकि रोज ही दाने ਉਹਦੇ ਉੱਤੇ पीस के आटा बना के लोग प्रसादा तैयार करते सन, रोज का रूटीन ਉਹਦੇ ਉੱਤੇ ही दाना दलियां ਜਾਂਦੀਆਂ सन। ਚੱਕੀ एक रसोई का जरूरी हिस्सा ਸੀ पुराने समय में, ਜਦੋਂ ਅੱਜ ਵਰਗੇ ਸਾਧਨ नहीं सन आए। ਉਹਨੂੰ ਸਾਫ਼ ਕਰਨ ਵਾਸਤੇ ਇੱਕ ਕੱਪੜਾ ਚੀਥਰਾ ਕਹਿ ਦਿੰਦੇ ਸਭ ਰੱਖਿਆ ਹੁੰਦਾ ਸੀ, ਪੂਰਾ ਸਾਫ਼ ਸਫਾਈ ਕਰਨ ਵਾਸਤੇ। ਉਹਨੂੰ ਆਟਾ ਲੱਗਾ ਹੋਣਾ, ਦਾਲ ਲੱਗੀ ਹੋਣੀ। ਹੁਣ ਜਿਸ ਕੁੱਤੇ ਨੂੰ ਭਾਂਡਿਆਂ ਵਿੱਚ ਮੂੰਹ ਪਾਉਣ ਦੀ ਆਦਤ ਹੈ, ਉਹ ਚੱਕੀ ਦਾ ਚੀਥਰਾ ਚੁੱਕ ਕੇ ਨਿਕਲ ਜਾਏ, ਭੱਜ ਜਾਏ, ਤੇ ਔਰਤ ਉਹਦੇ ਮਗਰ ਭੱਜਦੀ ਜਾਂ ਉਹਨੂੰ ਮਾਰਨੀ ਕਿ ਇਹਨੇ ਚੱਕੀ ਨੂੰ ਮੂੰਹ ਲਾਇਆ, ਜਾਂ ਇਸ ਨੂੰ ਚੀਥਰਾ ਜਿਹੜਾ ਕਿ ਬੜਾ ਵਧੀਆ ਕੱਪੜਾ ਜਿਹੜਾ ਅੰਨ ਇਕੱਠਾ ਕਰਨ ਵਾਸਤੇ ਰੱਖਿਆ ਗਿਆ ਹੈ, ਉਹਨੂੰ ਚੁੱਕ ਕੇ ਲੈ ਗਏ ਜਾਂ ਭਾਂਡੇ ਵਿੱਚ ਮੂੰਹ ਪਾਇਆ। ਉਸ ਨੂੰ ਕਿਹਾ ਜਾਂਦਾ ਹੈ ਕਿ ਦੂਸਰੇ ਦੀ ਖਾਦ ਖੁਰਾਕ ਦੇ ਉੱਤੇ ਵੀ ਤੇਰੀ ਨਜ਼ਰ ਨਹੀਂ, ਉਸ ਦਾ ਭਾਵ ਹੈ ਤੂੰ ਦੂਸਰੇ ਦੀਆਂ ਬੁਰਕੀਆਂ ਕਰਦਾ, ਨਿਵਾਲੇ ਕਰਦਾ, ਤੇਰਾ ਧਿਆਨ ਦੂਸਰੇ ਦੇ ਮੁੱਖ ਵੱਲ ਰਹਿੰਦਾ ਹੈ, ਦੂਜੇ ਦੇ ਜੀਵਨ ਵਿੱਚ ਇੰਨੀ ਇੰਟਰਫੇਰੈਂਸ ਹੈ ਤੇਰੀ, ਕੌਣ ਕੀ ਖਾਂਦਾ ਹੈ, ਕੀ ਪਹਿਨਦਾ ਹੈ, ਕਿਵੇਂ ਰਹਿੰਦਾ ਹੈ, ਉਹ ਕੀ ਖਰਚਦਾ ਹੈ, ਕੀ ਵਰਤਦਾ ਹੈ, ਹਰ ਚੀਜ਼ ਨੂੰ ਵੇਖ ਕੇ ਤੇਰੀ ਪਰੇਸ਼ਾਨੀ ਵੱਧ। ਤੂੰ ਇੰਨਾ ਸਮਾਂ ਦੂਜਿਆਂ ਤੇ ਖਰਾਬ ਕਰਦਾ, ਤੂੰ ਇੰਨਾ ਧਿਆਨ ਕਿਉਂ ਰੱਖਦਾ ਹੈ ਕਿਸੇ ਦਾ? ਤੂੰ ਇਹਨਾਂ ਦੂਜਿਆਂ ਵੱਲ ਵੇਖ ਵੇਖ ਕੇ ਆਪਣੇ ਜੀਵਨ ਨੂੰ ਡਿਸਟਰਬ ਕਰਨਾ ਹੈ, ਇਹਦੇ ਪਿੱਛੇ ਤੇਰਾ ਮੰਤਵ ਕੀ ਹੈ? ਤੇਰਾ ਇਹ ਕੀ ਤੂੰ ਚਾਹੁੰਦਾ ਕੀ ਹੈ? ਜਿੰਨੇ ਲੋਕ ਨੇ ਸਭ ਤੈਨੂੰ ਪੁੱਛ ਕੇ ਖਾਣ, ਪੁੱਛ ਕੇ ਸਾਹ ਲੈਣ, ਪੁੱਛ ਕੇ ਕਹਿਣ, ਪੁੱਛ ਕੇ ਜੀਵਨ ਚ ਚੱਲਣ। ਜਾਨੀ ਕਿ ਮਨੁੱਖ ਦੇ ਅੰਦਰ ਜਦੋਂ ਇਹ ਭਾਵਨਾ ਹੈ ਵੀ ਦੂਜੇ ਸਾਰੇ ਮੇਰੇ ਤੇ ਡਿਪੈਂਡ ਰਹਿਣ, ਉਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਆਪਣੇ ਵਰਗੇ ਇਨਸਾਨ ਨਹੀਂ ਵੇਖਣਾ ਚਾਹੁੰਦੇ ਆਲੇ ਦੁਆਲੇ, ਅਸੀਂ ਉਹਨਾਂ ਨੂੰ ਇੱਕ ਗੁਲਾਮਾਂ ਦੀ ਤਰ੍ਹਾਂ ਟ੍ਰੀਟ ਕਰਨਾ ਚਾਹੁੰਦੇ ਹਾਂ। ਇਹ ਪ੍ਰੋਬਲਮ ਇੰਨੀ ਵੱਧ ਜਾਂਦੀ ਹੈ ਸਾਡੇ ਜੀਵਨ ਚ ਕਿ ਸਾਨੂੰ ਜ਼ਿਆਦਾ ਡਿਸਟਰਬ ਕਰਦੀ ਹੈ ਦੂਜੇ ਨਾਲ। ਉਹ ਜਿਹੜਾ ਸੁਭਾਅ ਹੈ, ਉਹ ਜਿਹੜੀ ਬਿਰਤੀ ਹੈ, ਹਾਲਾਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸੇ ਕਰਕੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਵੀ ਬਾਬਾ ਸ਼ੇਖਪੁਰੀ ਸਾਹਿਬ ਜਦੋਂ ਕਹਿੰਦੇ ਨਾ ਕਿ ਬੇਨਮਾਜ਼ਾ ਕੁੱਤਿਆ, ਤਾਂ ਉਹ ਕੁੱਤਾ ਸ਼ਬਦ ਦੇ ਕੰਟੈਕਸਟ ਵਿੱਚ ਵਰਤਦੇ ਨੇ ਕਿ ਮਨੋਬਿਰਤੀ ਹੈ, ਇੱਕ ਜੀਵਨ ਦਾ ਢੰਗ ਹੈ, ਤੇਰੀ ਜੀਵਨ ਜੁਗਤੀ ਇਹੋ ਜਿਹੀ ਬਣ ਗਈ ਹੈ। ਇਸ ਕਰਕੇ ਉਹਨਾਂ ਕਿਹਾ ਕਿ ਜੇ ਤੂੰ ਧਰਮ ਦੀ ਪ੍ਰੈਕਟਿਸ ਵਿੱਚ ਨਹੀਂ ਹੈ, ਤੂੰ ਚੰਗਾ ਅਭਿਆਸ, ਤੂੰ ਚੰਗੇ ਖਿਆਲਾਂ ਦਾ, ਇਬਾਦਤ ਦਾ, ਰੱਬੀ ਗੁਨਾਹ ਦਾ ਨਹੀਂ ਕਰਦਾ, ਤੇ ਤੇਰੀ ਜ਼ਿੰਦਗੀ ਸੁਭਾਵਕ ਹੀ ਕੁੱਤੇ ਵਰਗੀ ਹੋਈ। ਬੇਨਮਾਜ਼ਾ ਕੁੱਤਿਆ, ਇਹ ਨਾ ਭੜੀ ਕਿ ਜੋ ਤੂੰ ਕਰ ਰਿਹਾ ਹੈ ਨਾ, ਕਿ ਤੂੰ ਭੜਾ ਕੰਮ ਨਹੀਂ, ਭੜੀ ਕਰਦੇ ਜ਼ਿੰਦਗੀ ਨਹੀਂ, ਉਹਨੂੰ ਕੋਈ ਚੰਗਾ ਜੀਵਨ ਵਿਹਾਰ ਨਹੀਂ ਕਿਹਾ ਜਾ ਸਕਦਾ। ਕभी ही चल ना आया पंजे वक्त मसीह। ਹੁਣ ਮਸੀਤ ਇਸ ਕੰਟੈਕਸਟ ਵਿੱਚ ਹੈ ਕਿ ਧਰਮ ਕਮਾਉਣ ਦੀ, ਨਮਾਜ਼ ਪੜ੍ਹਨ ਦੀ, ਇਬਾਦਤ ਕਰਨ ਦੀ ਥਾਂ ਵਜੋਂ ਮਸ਼ਹੂਰ ਹੈ ਮਸੀਹ, ਮਸਜਿਦ। ਮਸੀਤ ਇਸਲਾਮ ਦੇ ਵਿੱਚ ਉਵੇਂ ਦਾ ਹੀ ਇੱਕ ਅਦਾਰਾ ਹੈ ਜਿਵੇਂ ਦਾ ਸਾਡੇ ਲਈ ਗੁਰਦੁਆਰਾ ਹੈ। ਇਹ ਇੱਕ ਐਸਾ ਅਦਾਰਾ ਹੈ ਜਿਸ ਨੂੰ ਸਮਾਜਿਕ, ਧਾਰਮਿਕ, ਰਾਜਨੀਤਿਕ, ਮਨੁੱਖੀ ਜ਼ਿੰਦਗੀ ਦੀ ਚੇਤਨਾ ਲਈ ਵਰਤਿਆ ਜਾਂਦਾ ਹੈ। ਇੱਥੇ ਇਬਾਦਤ ਵੀ ਹੁੰਦੀ ਹੈ, ਇੱਥੇ ਸਾਡੀਆਂ ਸਮਾਜਿਕ ਲੋੜਾਂ ਦੀ ਪੂਰਤੀ ਵੀ ਹੁੰਦੀ ਹੈ। ਇੱਥੇ ਜੋ ਸਾਡੇ ਦਰਪੇਸ਼ ਮੁਸ਼ਕਲਾਂ ਜਾਂ ਮੁਸੀਬਤਾਂ ਹੋਣ, ਜਾਂ ਕੋਈ ਵੀ ਕਿਸੇ ਕਿਸਮ ਦਾ ਸਾਡੀ ਜ਼ਿੰਦਗੀ ਵਿੱਚ, ਸਾਡੇ ਸਮਾਜ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਘਟਨਾਕ੍ਰਮ ਚੰਗਾ ਮਾੜਾ ਵਾਪਰਦਾ ਹੈ, ਸਾਨੂੰ ਕੋਈ ਲੋੜ ਪੈਂਦੀ ਹੈ, ਜੋ ਸਾਡੇ ਜੀਵਨ ਦੇ ਮਸਲੇ ਨੇ, ਹਰ ਚੀਜ਼ ਸਾਡੀ ਜਿਹੜੀ ਹੈ ਉਹ ਕੁਝ ਸੰਸਥਾਵਾਂ ਨਾਲ ਜੁੜੀ। ਇਹਨੂੰ ਆਪਾਂ ਇੱਕ ਸਰਵਵਿਆਪੀ ਅਦਾਰਾ ਵੀ ਕਹਿ ਸਕਦੇ, ਜਿਹਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ। ਪਰ ਜਦੋਂ ਬਾਬਾ ਸ਼ੇਖਪੁਰੀ ਸਾਹਿਬ ਨੇ ਮਸੀਤ ਸ਼ਬਦ ਵਰਤਿਆ ਤੇ ਇਹਦਾ ਮਤਲਬ ਹੈ ਇਬਾਦਤ ਦੀ ਥਾਂ, ਸਤ ਸੰਗਤ ਦੀ ਥਾਂ। ਤੂੰ ਕਦੇ ਵੀ ਸਤ ਸੰਗਤ ਦਾ, ਨੇਕ ਥਾਂ ਤੇ ਆਉਣ ਦਾ, ਚੰਗੇ ਭਲੇ ਲੋਕਾਂ ਦੀ ਸੋਭਤ ਵਿੱਚ ਬੈਠਣ ਦਾ ਕਦੇ ਯਤਨ ਨਹੀਂ ਕੀਤਾ। ਕਦੇ ਤੂੰ ਚੱਲ ਕੇ ਇਹੋ ਜਿਹੀ ਜਗ੍ਹਾ ਤੇ ਆਏ ਨਹੀਂ। ਕਦੇ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕਿਉਂਕਿ ਇਸਲਾਮ ਵਿੱਚ 5 ਨਮਾਜ਼ਾਂ, ਇਹਨਾਂ ਨੂੰ ਕਿਹਾ ਜਾਂਦਾ ਹੈ ਫਰਜ਼। ਫਰਜ਼ ਦਾ ਮਤਲਬ ਹੁੰਦਾ ਹੈ ਜ਼ਰੂਰੀ। ਵੈਸੇ ਸ਼ਰੀਅਤ ਵਿੱਚ ਜ਼ਿਕਰ ਹੈ ਕਿ 6 ਨਮਾਜ਼ਾਂ ਇੱਕ ਮੁਸਲਮਾਨ ਅਦਾ ਕਰੇ।
ਉਹਦੇ ਵਿੱਚੋਂ 5 ਨਮਾਜ਼ਾਂ ਜਿਹੜੀਆਂ ਨੇ ਉਹ ਫਰਜ਼ ਨੇ ਤੇ 6ਵੀਂ ਜਿਹੜੀ ਹੈ ਉਹ ਸਵਾਬ ਹੈ। ਉਹਦਾ ਮਤਲਬ ਹੈ 6ਵੀਂ ਤੁਸੀਂ ਪੜ੍ਹ ਲਓ ਤੇ ਭਲਾ ਹੈ, ਨਾ ਪੜ੍ਹੋ ਤੇ ਮਰਿਆਦਾ ਦੇ ਉਲਟ ਕੋਈ। ਇਸ ਤਰ੍ਹਾਂ ਦਾ ਉਹਦੇ ਵਿੱਚ ਵਿਧਾਨ ਹੈ। ਅੱਗੇ ਜਾ ਕੇ ਜ਼ਿਕਰ ਆਏਗਾ ਬਾਬਾ ਫਰੀਦ ਸਾਹਿਬ ਨੇ ਉਜ਼ੂ ਸਾਜਣ ਦੀ ਗੱਲ ਵੀ ਕੀਤੀ ਹੈ ਅਗਲੇ ਸ਼ਲੋਕ ਵਿੱਚ। ਪਰ ਇਸ ਸ਼ਲੋਕ ਵਿੱਚ ਜ਼ਿਕਰ ਹੈ 5 ਵਕਤ ਨਮਾਜ਼ ਪੜ੍ਹਨ ਤੋਂ ਮਸੀਤ ਵਿੱਚ ਨਹੀਂ ਆਇਆ। ਭਾਵ ਤੇਰਾ ਕੋਈ ਸਮਾਂ ਸੀਮਾ ਤੈਅ ਹੀ ਨਹੀਂ ਜ਼ਿੰਦਗੀ ਦਾ ਕਿ ਤੂੰ ਕਦੇ ਅਭਿਆਸ ਕਰਨ ਵਾਸਤੇ ਆਪਣੇ ਆਪ ਨੂੰ ਨਿਯਮਬੱਧ ਕੀਤਾ ਹੋਵੇ, ਕਦੇ ਸਤ ਸੰਗਤ ਵਿੱਚ ਆਇਆ ਹੋਵੇ। ਕੋਈ ਵਕਤ ਨਹੀਂ ਤੇਰਾ, ਕੋਈ ਸਮਾਂ ਸੀਮਾ ਹੈ ਨਹੀਂ। ਸਤ ਸੰਗਤ ਦਾ ਕਦੇ ਲਾਹਾ ਨਹੀਂ ਲਿਆ। ਉਹਦੇ ਲਈ ਤੇਰੇ ਕੋਲ ਕੋਈ ਵਿਧਾਨ ਤੋਂ ਆਪਣੀ ਜ਼ਿੰਦਗੀ ਦਾ ਨਹੀਂ ਬਣਾ। ਇਹਦਾ ਤਾਪ ਭਾਵ ਕੀ ਹੈ? ਵੈਸੇ ਇਸਲਾਮ ਦੇ ਅੰਦਰ ਆਮ ਤੌਰ ਤੇ ਦੇਖੀਏ ਜੁਮੇ ਦੀ ਨਮਾਜ਼, ਸ਼ੁੱਕਰਵਾਰ ਦੀ ਨਮਾਜ਼ ਜਿਹੜੀ ਹੈ ਜਮਾਤੀ ਹੁੰਦੀ ਹੈ ਤੇ ਬਾਕੀ ਜਿਹੜੀਆਂ 5 ਨਮਾਜ਼ਾਂ ਰੋਜ਼ਾਨਾ ਦੀਆਂ ਹਨ ਉਹ ਜਿਹੜੀਆਂ ਹਨ ਉਹ ਨਿੱਜੀ ਹੁੰਦੀਆਂ। ਉਹਨਾਂ ਨੂੰ ਤੁਸੀਂ ਜੇ ਮਸੀਤ 'ਚ ਪੜ੍ਹ ਲਓ ਤਾਂ ਕਿਹਾ ਜਾਂਦਾ ਵੀ ਵਧੀਆ ਗੱਲ ਹੈ। ਜੇ ਨਾ ਆ ਸਕੋ ਮਸੀਤ ਵਿੱਚ ਫਿਰ ਜਿੱਥੇ ਹੋ ਉੱਥੇ ਤੁਸੀਂ ਨਮਾਜ਼ ਆਪਣੀ ਅਦਾ ਕਰ ਸਕਦੇ। ਘਰ ਹੋ, ਕੰਮ ਤੇ ਹੋ, ਸਫ਼ਰ ਵਿੱਚ ਹੋ, ਜਿੱਥੇ। ਪਰ ਜੁਮੇ ਦੀ, ਸ਼ੁੱਕਰਵਾਰ ਦੀ ਜਿਹੜੀ ਨਮਾਜ਼ ਹੈ ਉਸ ਨੂੰ ਜਮਾਤੀ ਨਮਾਜ਼ ਕਿਹਾ ਜਾਂਦਾ ਹੈ ਕਿ ਇਸ ਦਿਨ ਕੋਸ਼ਿਸ਼ ਕਰੋ ਕਿ ਮਸੀਤ ਮਸਜਿਦ ਵਿੱਚ ਆ ਕੇ ਤੁਸੀਂ ਨਮਾਜ਼ ਅਦਾ ਕਰੋ। ਇੱਕ ਨਮਾਜ਼ ਉਸ ਨੂੰ ਜੁਮੇ ਦੀ ਨਮਾਜ਼ ਕਹਿੰਦੇ। ਇਸ ਲਈ ਅਰਬ ਕੰਟਰੀਆਂ ਵਿੱਚ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਵਿਧਾਨ ਹੈ ਸ਼ੁਰੂ ਤੋਂ ਇਸੇ ਦਿਨ ਨੂੰ ਇਹ ਜ਼ਰੂਰੀ ਕਰਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਫਰਮਾਇਆ ਕभी ਹੀ ਚੱਲ ਨਾ ਆਇਆ, ਕਦੇ ਵੀ ਤੂੰ ਚੱਲ ਕੇ ਭਾਵ ਸਮਾਂ ਕੱਢ ਕੇ ਆਪਣੇ ਆਪ ਨੂੰ ਸੂਤਰਬੱਧ ਨਿਯਮਬੱਧ ਕਰਕੇ ਕਿਸੇ ਵਕਤ ਤੋਂ ਸਤ ਸੰਗਤ ਦਾ, ਇਬਾਦਤ ਦਾ ਆਸਰਾ ਨਹੀਂ ਕਰਦਾ। ਅੱਗੇ ਫਰਮਾਉਂਦੇ ਨੇ ਉਠ ਫਰੀਦਾ ਉਦੂ ਸਾਜ ਸੁਬਹ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾਲ ਲੈ ਸੋ ਸਿਰ ਕਾਪੇਦਾਰ। ਉੱਠਣ ਤੋਂ ਭਾਵ ਸੁਚੇਤ ਹੋਣਾ। ਜਿਵੇਂ ਅਸੀਂ ਸਵੇਰ ਵਕਤ ਉੱਠਦੇ ਹਾਂ। ਉਦੋਂ ਸਾਜਣ ਤੋਂ ਭਾਵ ਹੈ ਇੱਕ ਖਾਸ ਤਹਿਜੀਬ ਦੇ ਨਾਲ, ਜਿਸ ਨੂੰ ਆਪਾਂ ਸਾਡੀ ਭਾਸ਼ਾ ਚ 5 ਸ਼ਰਾਨਾ ਕਹਿੰਦੇ ਹਾਂ ਕਿ ਆਪਣੇ 5 ਅੰਗ ਸਾਫ਼ ਕਰਨਾ। ਆਪਣਾ ਮੂੰਹ ਸਾਫ਼ ਕਰਨਾ, ਹੱਥ ਸਾਫ਼ ਕਰਨੇ, ਪੈਰ ਸਾਫ਼ ਕਰਨੇ, ਆਪਾਂ ਨੂੰ ਕਹਿ ਦਿੰਦੇ ਹਾਂ 5 ਇਸ਼ਨਾਨਾ ਕਰਨਾ। ਇਸਲਾਮ ਦੇ ਵਿੱਚ ਜੋ ਸ਼ਰੀਅਤ ਕਹਿੰਦੀ ਹੈ, ਸ਼ਰੀਅਤ ਦੇ ਮੁਤਾਬਕ ਇਹਨੂੰ ਵੈਸੇ ਵੁਜ਼ੂ ਕਿਹਾ ਜਾਂਦਾ ਹੈ, ਵਵੇ ਨਾਲ ਵੁਜ਼ੂ। ਪਰ ਪੰਜਾਬੀ ਵਾਲਿਆਂ ਨੂੰ ਉਹਦੀ ਕਹਿ ਦਿੰਦੇ ਨੇ, ਬਾਬਾ ਫਰੀਦ ਸਾਹਿਬ ਨੇ ਉਹਦੀ ਸ਼ਬਦ ਉਹਦੇ ਨਾਲ ਹੀ ਵਰਤੇ ਕਿ ਉੱਥੇ ਵੁਜ਼ੂ ਕਰਨ ਦਾ ਵੀ ਇੱਕ ਖਾਸ ਤਰੀਕਾ ਹੈ। ਤੁਸੀਂ ਕਿਸ ਢੰਗ ਨਾਲ ਆਪਣੇ ਮੁਖ ਨੂੰ ਧੋਣਾ ਹੈ, ਆਪਣੇ ਕੰਨਾਂ ਨੂੰ, ਨੱਕ ਨੂੰ, ਗਲੇ ਨੂੰ ਸਾਫ਼ ਕਰਨਾ ਹੈ। ਫਿਰ ਇੱਕ ਖਾਸ ਸਲੀਕੇ ਦੇ ਨਾਲ ਤੁਸੀਂ ਅਰਕਾਂ ਤੱਕ ਆਪਣੀਆਂ ਬਾਹਾਂ ਸਾਫ਼ ਕਰਨੀਆਂ ਨੇ, ਗਿੱਟਿਆਂ ਤੱਕ ਆਪਣੇ ਪੈਰ ਸਾਫ਼ ਕਰਨੇ। ਉਹਦਾ ਵੀ ਉਹਨਾਂ ਨੇ ਬਾਕਾਇਦਾ ਸਲੀਕਾ ਬਣਾਇਆ। ਔਰ ਤੁਸੀਂ ਦੇਖੋ ਜਦੋਂ ਨਮਾਜ਼ ਹੋਵੇਗੀ ਨਾ ਜਮਾਤੀ, ਜਿਹਨੂੰ ਮੈਂ ਕਿਹਾ ਜੁਮੇ ਦੀ ਹੋਵੇ ਜਾਂ ਈਦਗਾਹ ਦੇ ਵਿੱਚ ਜਿਸ ਵੇਲੇ ਈਦ ਹੁੰਦੀ ਹੈ ਤੇ ਉਸ ਵੇਲੇ ਨਮਾਜ਼ ਪੜ੍ਹਦੇ ਨੇ, ਤੇ ਐਸਾ ਨਹੀਂ ਹੁੰਦਾ ਵੀ ਅਗਲੀ ਲਾਈਨ ਖਾਲੀ ਰਹਿ ਜਾਏ ਤੇ ਲੋਕ ਮਗਰ ਹੀ ਚਲੇ ਜਾਣ। ਪਹਿਲੀ ਪਾਲ ਪੂਰੀ ਹੋਏਗੀ, ਦੂਸਰੀ ਪਾਲ ਵਿੱਚ ਆ ਕੇ ਲੋਕ ਖਲੋਣਗੇ, ਤੀਸਰੀ ਚ ਖਲੋਣਗੇ, ਚੌਥੀ ਚ ਖਲੋਣਗੇ। ਸਾਡੇ ਵਾਂਗ ਨਹੀਂ ਜਿੱਦਾਂ ਹਾਲ ਖੁੱਲਾ ਹੋਵੇ ਉਨੇ ਲੋਕ ਪਛਾਣ ਨੂੰ ਚਲੇ ਜਾਂਦੇ ਨੇ। ਉਹਨਾਂ ਦਾ ਇੱਕ ਕਾਇਦਾ ਹੈ, ਉਸ ਕਾਇਦੇ ਨੂੰ ਅੱਜ ਵੀ ਫੋਲੋ ਕਰਦੇ। ਪਹਿਲੀ ਲਾਈਨ ਚ ਬੈਠਣਗੇ, ਦੂਜੀ ਚ ਬੈਠਣਗੇ, ਤੀਜੀ ਚ ਬੈਠਣਗੇ, ਚੌਥੀ ਚ ਖਲੋਣਗੇ, 5ਵੀਂ ਚ ਖਲੋਣਗੇ। ਇਸ ਤਰ੍ਹਾਂ ਪਛਾਣ, ਜਿਹੜਾ ਮਗਰੋਂ ਆਏਗਾ ਉਹ ਅੱਗੇ ਵੀ ਲੰਘਣ ਦੀ ਕੋਸ਼ਿਸ਼ ਕਰੇਗਾ, ਉਹ ਮਗਰ ਹੀ ਹੋਏਗਾ। ਯਾਨੀ ਕਿ ਡਿਸਟਰਬੈਂਸ ਕੋਈ ਪੂਰਨ ਸਲੀਕੇ ਦੇ ਨਾਲ ਜੋ ਉਹਨਾਂ ਨੇ ਵਿਧਾਨ ਬਣਾਇਆ ਉਹਨੂੰ ਫੋਲੋ ਵੀ ਕਰਦੇ, ਕਾਫੀ ਹੱਦ ਤੱਕ ਕਰਦੇ। ਤੋ ਮਸੀਤ ਜਿਹੜੀ ਹੈ, ਮਸਜਿਦ ਜਿਹੜੀ ਹੈ, ਉਹਦੇ ਵਿੱਚ ਜਿਸ ਵੇਲੇ ਨਮਾਜ਼ੀ ਆਉਂਦਾ ਹੈ ਜਾਂ ਜਿੱਥੇ ਵੀ ਉਹ ਨਮਾਜ਼ ਪੜ੍ਹਦਾ ਹੈ, ਕੋਸ਼ਿਸ਼ ਕਰਦਾ ਉਸ ਤੋਂ ਪਹਿਲਾਂ ਵੁਜ਼ੂ ਕੀਤਾ ਜਾਏ। ਇਹਨੂੰ ਆਪਾਂ ਕਹਿ ਸਕਦੇ ਹਾਂ ਸੁਚੇਤ ਹੋਣਾ, ਨਮਾਜ਼ ਲਈ ਤਿਆਰ। ਉਸ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉੱਠ ਫਰੀਦਾ ਸੁਚੇਤ ਹੋ, ਵੁਜ਼ੂ ਸਾਜ, ਆਪਣੇ ਸਰੀਰ ਨੂੰ ਸੁਚੇਤ ਕਰ, ਸਾਫ਼ ਸਫਾਈ ਰੱਖ, ਆਪਣੇ ਤਨ ਦੀ ਤੂੰ ਇਬਾਦਤ ਲਈ ਤਿਆਰ ਹੋ ਸਕੇ। ਸੁਬਹ ਨਮਾਜ਼ ਗੁਜ਼ਾਰ, ਭਾਵ ਆਪਣੇ ਸਵੇਰ ਦੇ ਵਕਤ ਦੀ। ਬੰਦਾ ਜਦੋਂ ਉੱਠਦਾ ਉਹਦਾ ਦਿਨ ਉਹਦੇ ਸ਼ੁਰੂ ਹੁੰਦਾ,
ਤੇ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਇਹਦੇ ਦਿਨ ਦੀ ਸ਼ੁਰੂਆਤ ਹੈ ਸਮੇਂ ਦੀ ਸੰਭਾਲ ਕਰ। ਸੁਚੇਤ ਹੋ, ਆਪਣੇ ਸਮੇਂ ਦੀ ਸੰਭਾਲ ਕਰ, ਸਵੇਰ ਦੇ ਵਕਤ ਦੀ ਅੰਮ੍ਰਿਤ ਵੇਲੇ ਦੀ ਸੰਭਾਲ ਕਰ, ਜੀਵਨ ਦੇ ਸਮੇਂ ਦੀ ਸੰਭਾਲ ਕਰ। ਤੇ ਕੀ ਕਰ? ਨਮਾਜ਼ ਗੁਜ਼ਾਰ, ਇਬਾਦਤ ਕਰ, ਅੱਲਾਹ ਤਾਲਾ ਨੂੰ ਯਾਦ ਕਰ, खुदा ਨੂੰ ਚੇਤੇ ਕਰ, परमेश्वर की बंदगी कर। ते फिर नाल ही आख्या जो सिर साई नान है, जो नमाज पढ़ी जाती है तो सिजदा किया जाता है। सिजदा का मतलब होता है सिर झुकाना, सिर नूं जमीन ते लाना, अल्लाह की इबादत विच अपने आप को झुकाना, अल्लाह दी मेहरबानियां का शुक्र करना, अल्लाह के कीते हुए परोपकारां नूं चेते करदिआं अपने गुनाहां नूं कबूल करदिआं सिर झुकाउण। बहुत वड्डे मायने में धर्म दुनिया के अंदर सिर झुकाउण। हालांकि सानू सतगुरु ने बहुत सचेत किया कि सीस निवाए प्यासी जरी गए कोई सुध जाए। इत्थे सिर झुकाउण दा भाव कला हड्ड मास का पुतला नमा देना नहीं, ये कोई गुलामी थोड़ा। मान लो, मैं कई बार, हालांकि शब्द कई बार साथ मन को अजीब भी लगता है, मान लो जो किसी का मन ना करे मैं गुरु ग्रंथ साहब मत्था नहीं टेक सकता, तो उतना जबरदस्ती नहीं की जा सकती। मेरा मन कोई गैर मजहब का बंदा है, मान लो कोई इस्लाम में मनने वाला आ जाए, तो किसी होर मजहब का, वो आके भी मैं थोड़ी संगत में आके देखा, तो आ सकता, तो पाबंदी नहीं। तो असीं ये नहीं कहांगे भी जरूरी जिस तरह साडा सलीका कोई ने सिर झुका, असीं नूं कह नहीं सकते, क्योंकि साडे विच जरूरी नहीं है। वैसे भी आपां कई बार देखिआ किते हाल में कोई गोरा आ जाए, कोई काला आ जाए, किसी होर मजहब का आ जाए, उन्होंने नहीं पता होंदा कि ये की है, इत्थे की करते हैं, इत्थे किवें मत्था टेकदे ने, वो अपने काम आया करके चले जाएगा, आपां नूं कदे कंपैल थोड़ी कीता। इसका भाव है कि साडे मजहब के विच मत्था टेकना गुलामी नहीं, समर्पण भाव, सरेंडर करना है अपने आप। ते जिस वेले नमाजी सिर झुकाउंदा है, सिजदा करदा है, तो ओहदा भाव की है कि हे अल्लाह, मैं तेरियां मेहरबानियां तो कुर्बान, तू जिन्ने मेरे ते परोपकार कीते, जिन्नियां नेमतां ते बख्शिशां मैनूं दित्तियां ने, मैं तेरा शुक्र अदा करदा। मैं अपने गुनाह करके तेरे सामने नहीं होना, मैनू तौफीक, मैनू सोझी प्रदान कर, बख्श। ये भाव है, समर्पण भाव। तो इस वास्ते बाबा शेख अली साहब कहते जो सिर साई दा निभै, जेड़ा सिर उस मालक दे अगे झुकदा नहीं, ओदियां मेहरबानियां नूं चेते नहीं करदा, उसनूं समर्पित नहीं हुंदा, अपनी ईगो, अपना हंकार छड्ड के अपने गुनाहां नूं कबूल नहीं करता, जेड़ा उहदे सामने सो सिर कापे उतार, ये वड्डिया जब सोहना लगेगा, वो अड़िया होया सिर जिहड़ा वो सोहना नहीं लगेगा। इहदा भाव ये नहीं है भी असीं तलवार लैके जने तने दे गल पैंदे रहीए, इहदा भाव एक भाव हुंदा ना किसी शब्द का। निबाणी चाहेगा कीसां गा कर जबर तुलावां, चरण धूर मुख लाही। कौन है जिहड़ा अपने केस कट के उहदा चौड़ बना के चलाउंदा, इहदा भाव हुंदा है फिदा होना, कुर्बान होना, सरेंडर होना, अपना आप वारने तक अपना आप कुर्बान हो। जिस तरह भाई गुरदास जी लिखते हैं, नक सिख लो सगल अंग रोम रोम कर, काट काट सिकन के चरण पर वारी है, अग्न जलाए पुन पीसन पिसाए ताहे, लै उड़े अग्न कोई अनक प्रकारी है, जहां कहां सिख पग करे गुर पंथ परा, काहू काहू मारन में कसम को डाली। तो कहते हैं जिन्ना नौ होंदा है, नौ बनेगा नाखून, इदों भी छोटे छोटे मेरे तन के टुकड़े किए जान, उन्होंने अग च साड़िया जाए, उहदी जदों सुआह बन जाए, उस रात को उस राह के उत्ते खिलार दिता जाए, जिस राह के उत्तों भी कोई गुरु का सिख सत संगत नूं गुरु वाले पासे नहीं आ जाए। पूछिया क्यों? कहने लगे मेरी स्वाह, मेरी खाक के उत्ते भी किसी गुरसिख का कदम पै जाए तो मैं अपने आप को सुभागा समझ। ये अंतरीक भाव जी कुर्बानी की भावना है, केड़ी चीज नूं मानता दे रहे हैं, ये प्रश्न होता है। वो केड़ी चीज नूं
ਉਹ ਸਾਡੇ ਅੰਦਰ ਦੀ ਉਸ ਲਗਨ ਨੂੰ ਰਿਸਪੈਕਟ ਦਿੰਦੇ ਨੇ, ਜਿਹੜੀ ਲਗਨ ਸਾਨੂੰ ਗੁਰੂ ਵੱਲ ਖਿੱਚ ਕੇ ਲਿਆਉਂਦੀ, ਸਤ ਸੰਗਤ ਵੱਲ ਖਿੱਚ ਕੇ ਲਿਆਉਂਦੀ। ਔਰ ਕਿੰਨੇ ਖੂਬਸੂਰਤ ਸ਼ਬਦਾਂ ਵਿੱਚ ਉਹਨਾਂ ਨੇ ਬਿਆਨ ਕੀਤਾ। तो इस तरह बाबा शेखपुरी साहब कहते हैं सो सिर का, ਇਹਦਾ ਭਾਵ ਹੈ ਕਿ ਉਹ ਸਿਰ ਸੋਹਣਾ ਹੀ ਨਹੀਂ ਲੱਗਦਾ, ਉਹ ਹੰਕਾਰਿਆ ਹੋਇਆ ਸਿਰ, ਉਹ ਜਿਹੜਾ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਚੇਤੇ ਨਹੀਂ ਕਰਦਾ, ਉਹਦੀਆਂ ਬਖਸ਼ਿਸ਼ਾਂ ਨਹੀਂ ਚਤਾਰਦਾ, ਜਿਹੜਾ ਉਸ ਵਾਹਿਗੁਰੂ ਦੀ ਰਹਿਨੁਮਾਈ ਕਬੂਲ ਨਹੀਂ ਕਰਦਾ, ਬਲਕਿ ਹੰਕਾਰ ਹਉਮੈ ਤੇ ਆਪਣੇ ਔਗਣਾਂ ਦੇ ਵਿੱਚ ਖਚਤ ਹੈ, ਉਹ ਮੈਨੂੰ ਬਿਲਕੁਲ ਵੀ ਸੋਹਣਾ ਨਹੀਂ ਲੱਗਦਾ। ਇਸ ਵਾਸਤੇ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਹਨ, जो सिर साई ना निवै सो सिर कीजै काहे, कुन्ने हेठ जलाइए बालन संदै आए। जेड़ा सिर साई दे सन्मुख झुकदा नहीं, सो सिर कीजै काहे, ਉਹਦਾ ਲਾਭ ਕੀ ਹੈ? ਇਹਦਾ ਭਾਵ ਹੈ ਕਿ ਮੈਂ ਐਸੇ ਸਿਰ ਨੂੰ, ਐਸੇ ਮਨੁੱਖ ਦੇ ਜੀਵਨ ਨੂੰ, ਉਹਦੇ ਰੁਤਬੇ ਨੂੰ ਵੀ ਵਿਅਰਥ ਸਮਝਦਾ। ਤੇ ਜੇ ਮੇਰਾ ਵਾਸ ਚੱਲੇ, ਉਹਨਾਂ ਦਾ ਕਹਿਣ ਦਾ ਭਾਵ ਵੀ ਮੇਰੇ ਵਾਸਤੇ ਉਹਦੀ ਅਹਿਮੀਅਤ ਕਿੰਨੀ ਹੈ, ਮੈਂ ਉਹ ਸਮਝਦਾ ਵੀ ਇੱਕ ਬਾਲਣ ਹੀ ਹੈ। ਕੁੰਨਾ ਕਹਿੰਦੇ ਹਨ ਜਿਹੜਾ ਭਾਂਡਾ ਸਦਾ ਚੁੱਲ੍ਹੇ ਦੇ ਉੱਤੇ ਰਹਿੰਦਾ, ਕੁੰਨਾ, ਉਸ ਕੁੰਨੇ ਦੇ ਹੇਠ ਉਹਨੂੰ ਬਾਲਣ ਦੀ ਜਗ੍ਹਾ ਦਿੱਤੀ ਜਾਏ। ਜੇ ਮੈਨੂੰ ਕੋਈ ਪੁੱਛੇ ਨਾ ਉਹਦੀ ਕਿੰਨੀ ਕੁ ਜਗ੍ਹਾ ਹੈ, ਭਾਵੇਂ ਉਹ ਸਿਰ ਤੇ ਤਾਜ ਹੀ ਕਿਉਂ ਨਾ ਸਜਦਾ ਹੋਵੇ, ਕਹਿੰਦੇ ਨੇ ਮੇਰੇ ਵਾਸਤੇ ਉਹਦੀ ਜਗ੍ਹਾ ਇੰਨੀ ਹੈ ਵੀ ਜਿੰਨੀ ਕੁ ਉਸ ਬਾਲਣ ਦੀ ਅਹਿਮੀਅਤ ਹੁੰਦੀ ਹੈ ਨਾ, ਜਿਹੜਾ ਕੁੰਨੇ ਦੇ ਹੇਠ ਚੁੱਲ੍ਹੇ ਦੇ ਵਿੱਚ ਬਲਦਾ ਹੈ ਭਾਂਡੇ ਦੇ ਥੱਲੇ ਕੁਝ ਬਣਾਉਣ ਵਾਸਤੇ, ਮੇਰੇ ਵਾਸਤੇ ਉਹ ਬਾਲਣ ਹੀ ਹੈ ਜਿਹਨੇ ਔਰਤ ਨੂੰ ਬਾਲਣਾ ਹੈ, ਹੋਰ ਉਹਦੀ ਕੋਈ ਅਹਿਮੀਅਤ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਤੋਂ ਅਗਲੇ ਸ਼ਲੋਕਾਂ ਦੀ ਆਪਾਂ ਵਿਚਾਰ ਕੱਲ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਬ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ